ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠਕ ਵਿੱਚ ਹਾਜ਼ਰ ਆਪੋ ਆਪਣੇ ਥਾਂ ਤੇ ਬੈਠੇ ਸਰੋਤੇ ਸਾਰਿਆਂ ਦਾ ਬਹੁਤ ਧੰਨਵਾਦ। ਸਮਾਂ ਕੱਢ ਕੇ ਆਪ ਜੀ ਇਸ ਸੰਗਤ ਵਿੱਚ ਆਏ ਹੋ। ਅੱਜ ਆਪਾਂ ਵਿਚਾਰ ਸ਼ੁਰੂ ਕਰਨੀ ਹੈ ਸਿੱਧ ਗੋਸ਼ਟ ਬਾਣੀ। ਸਿੱਧ ਗੋਸ਼ਟ ਆਮ ਤੌਰ ਤੇ ਕਿਹਾ ਜਾਂਦਾ ਸਿੱਧਾਂ ਨਾਲ ਗੱਲਾਂ ਬਾਤਾਂ, ਸਿੱਧਾਂ ਦੇ ਸਵਾਲ ਜਵਾਬ। ਬਿਲਕੁਲ ਠੀਕ ਹੈ, ਲੇਕਿਨ ਅਭਿਆਸੀ ਜਿਹੜੇ ਨਾਮ ਦੇ ਰਸੀਏ ਨੇ ਉਹ ਇਹ ਵੀ ਗੱਲਾਂ ਕਰਦੇ ਹੈ ਕਿ ਰੱਬ ਦੀਆਂ ਗੱਲਾਂ ਬਾਤਾਂ, ਪਰਮਾਤਮਾ ਦੀਆਂ ਗੱਲਾਂ ਬਾਤਾਂ, ਕਿਉਂਕਿ ਸਿੱਧ ਲਫ਼ਜ਼ ਜਿਹੜਾ ਹੈ ਉਹ ਪਰਮਾਤਮਾ ਵਾਸਤੇ ਵਰਤਿਆ ਗਿਆ। ਇਹ ਵੀ ਸਿੱਧ ਨੇ, ਚਰਪਟ, ਭਰਥਰ, ਇਹ ਵੀ ਸਿੱਧ ਨੇ, ਇਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ ਨੇ। ਇਹੀ ਗੱਲਾਂ ਬਾਤਾਂ ਨੂੰ ਇਹ ਜਿਹੜਾ ਅਸੀਂ ਗਿਆਨ ਹੁਣ ਵਿਚਾਰਨਾ ਇਹ ਦਰਸਾਏਗਾ। ਲੇਕਿਨ ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ। ਇੱਥੇ ਸਿੱਧ ਹੈ ਅਕਾਲ ਪੁਰਖ। ਪਰਮਾਤਮਾ ਨੂੰ ਮਿਲਣ ਵਾਸਤੇ ਮੈਂ ਦਰ ਤੇ ਆਇਆ, ਸਾਹਮਣੇ ਆਇਆ। ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ। ਇੱਥੇ ਇਹਨਾਂ ਸਿੱਧਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਸਿੱਧ ਹੈ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ, ਜਿਹਦੇ ਅੱਗੇ ਬਾਬਾ ਨਾਨਕ ਜੋਦੜੀ ਕਰ ਰਿਹਾ, ਗੁਰਤਾਰ ਤਾਰਨ ਹਾਰਿਆ। ਦੇ ਭਗਤ ਪੂਰਨ ਅਬਨਾਸੀ, ਹੋਂ ਤੁਝ ਕੋ ਬਲਿਹਾਰਿਆ। ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨਿ ਧਿਆਇਆ। ਉਹੀ ਅਸਲ ਸਿੱਧ ਨੇ, ਉਹੀ ਅਸਲ ਜੋਗੀ ਨੇ, ਜੰਗਮ ਨੇ, ਜਿਹੜੇ ਇੱਕ ਪਰਮਾਤਮਾ ਦਾ ਨਾਮ ਜਪਦੇ ਨੇ। ਨਵੇੜਾ ਹੋ ਗਿਆ। ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨਿ ਧਿਆਇਆ। ਪਰਸਤ ਪੈਰ ਸਿੱਜਤ ਤੇ ਸੁਆਮੀ, ਅੱਖਰ ਜਿਨ ਕੋ ਆਇਆ। ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਪੈਂਦਾ ਹੈ, ਨਾਮ ਪਦਾਰਥ, ਉਹ ਹੀ ਅਸਲ ਸਿੱਧ ਨੇ। ਇਹ ਬਿਲਕੁਲ ਚੌਥੇ ਪਦ ਦੀ ਅਵਸਥਾ ਹੈ। ਚਾਰ ਪਦਾਰਥ, ਜਨਮ, ਗਿਆਨ, ਮੁਕਤ ਔਰ ਅਖੀਰ ਹੈ ਨਾਮ। ਜਪ ਤਪ ਸੰਜਮ ਕਰਮ ਨਾ ਜਾਣਾ। ਕੋਈ ਜਪ ਤਪ ਦਾ ਮੈਨੂੰ ਪਤਾ ਨਹੀਂ ਹੈ, ਕਿਸੇ ਸੰਜਮ ਦਾ, ਰਹਿਤ ਮਰਿਆਦਾ ਦਾ ਮੈਨੂੰ ਪਤਾ ਨਹੀਂ ਹੈ, ਕਿਸੇ ਕਰਮ ਦਾ, ਕਾਂਡ ਦਾ ਮੈਨੂੰ ਪਤਾ ਨਹੀਂ ਹੈ। ਮੈਂ ਕੀ ਕਰਦਾ? ਏਕ ਸਿੱਧ ਜਿਨ ਧਿਆਇਆ। ਮੈਂ ਕੀ ਕਰਦਾ? ਨਾਮ ਜਪੀ ਪ੍ਰਭ ਤੇਰਾ। ਜਪ ਤਪ ਸੰਜਮ ਕਰਮ ਨਾ ਜਾਣਾ। ਮੈਂ ਨਹੀਂ ਮੰਨਦਾ, ਮੇਰਾ ਨਹੀਂ ਯਕੀਨ ਇਹਨਾਂ ਤੇ, ਮੇਰਾ ਅਕੀਦਾ ਕੋਈ ਨਹੀਂ ਹੈ। ਮੇਰਾ ਅਕੀਦਾ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਨਾਮ ਜਪਣ ਤੇ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੈ ਸ਼ਬਦ ਨਬੇਰਾ। ਨਾਮ ਜਪ ਜਪ ਕੇ ਮੈਂ ਅਕਾਲ ਪੁਰਖ ਦੇ ਵਿੱਚ ਹੀ ਮਿਲ ਗਿਆ ਹਾਂ, ਅਕਾਲ ਪੁਰਖ ਨੂੰ ਮਿਲ ਪਿਆ ਹਾਂ। ਔਰ ਇਸੇ ਸ਼ਬਦ ਦੀ ਬਦੌਲਤ, ਇਸੇ ਸ਼ਬਦ ਦੇ ਕਾਰਨ, ਇਸ ਕਰਕੇ ਇੱਕੋ ਤੇ ਆ ਕੇ ਗੱਲ ਨਿਬੜਨੀ ਹੈ। ਉਹ ਹੈ ਏਕ ਨਾਮ ਜਿਨ ਗੁਰਮੁਖ ਧਿਆਇਆ। ਇਸ ਬਾਣੀ ਦੀ ਰਹਾਉ ਦੀ ਤੁਕ ਹੈ, ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਇਹ ਆਪਾਂ ਸਾਰਾ ਵਿਚਾਰ ਕੇ ਆਏ ਹਾਂ ਪਿੱਛੇ, ਕਿ ਰਹਾਉ ਸਾਰੇ ਗਿਆਨ ਦਾ ਤੱਤ ਵਸਤੂ। ਕਿਆ ਭਵੀਐ ਸੱਚ ਸੂਚਾ ਹੋਏ।
ਕਹਿੰਦੇ ਕੀ ਇੱਧਰ ਉੱਧਰ ਭਈ ਜਾਂਦੇ ਆ, ਭੌਈ ਜਾਂਦੇ ਆ, ਘੁੰਮੀ ਜਾਂਦੇ ਆ, ਇੱਧਰ ਉੱਧਰ ਨਾ ਭੌਂ। ਅਕਾਲ ਪੁਰਖ ਦੇ ਵਿੱਚ ਸਮੋਇਆ ਹੀ ਤੁਸੀਂ ਸੁੱਚੇ ਹੋ ਸਕਦੇ ਆ। ਇੱਧਰ ਉੱਧਰ ਬੰਦਾ ਭੌਂਦਾ ਕਾਹਦੇ ਲਈ ਹੈ? ਤੀਰਥਾਂ ਤੇ ਜਾਂਦਾ, ਯਾਤਰਾ ਕਰਦਾ। 5 ਤਖ਼ਤਾਂ ਦੀ ਯਾਤਰਾ ਬੜੀ ਮਸ਼ਹੂਰ ਹੈ ਸਾਡੇ ਵੀ। ਕਹਿੰਦੇ ਕਿਆ ਭਵੀ ਹੈ, ਫਿਰ ਕੀ ਹੋ ਜੂ ਜੇ 5 ਤਖ਼ਤ ਕਰ ਲਏ, ਫਿਰ ਕੀ ਹੋ ਜੂ ਜੇ ਹੋਰ 55 ਨਾਲ ਸਾਰੇ ਤੀਰਥ ਸਥਾਨ ਘੁੰਮ ਲਏ, ਫਿਰ ਕੀ ਹੋ? ਮਨ ਖੜ ਜੂ? ਮਨ ਨਹੀਂ ਖੜਨਾ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਇਹ ਗਾਰੰਟੀ ਦਿੰਦਾ ਕਿ ਮਨ ਖੜ ਹੀ ਨਹੀਂ ਸਕਦਾ। ਸ਼ਬਦ ਤੋਂ ਬਿਨਾ ਮਨ ਖੜ ਨਹੀਂ ਸਕਦਾ। ਕਿਆ ਭਵੀ ਹੈ, ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨ ਕੋਇ। ਰਹਾਉ। ਭੌਣ ਦਾ ਕੀ ਲਾਭ? ਦੇਸਾਂ ਦਸਾਂਤਰਾਂ ਤੀਰਥਾਂ ਤੇ ਜਾਣ ਦਾ ਕੀ ਲਾਭ? ਸੱਚੇ ਚੱਚੇ ਨੂੰ ਸਿਆਰੀ, ਇਹ ਲਫ਼ਜ਼ ਹਾਈਲਾਈਟਡ ਹੈ, ਇਹ ਮੇਨ ਲਫ਼ਜ਼ ਹੈ ਇੱਥੇ। ਅਸੀਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਵਿੱਚ ਜੁੜਨਾ ਹੈ, ਤਾਂ ਹੀ ਅਸੀਂ ਸੂਚੇ ਹੋਵਾਂਗੇ। ਜੇਕਰ ਅਸੀਂ ਸੂਚੇ ਹੋ ਗਏ ਤੇ ਪ੍ਰਮਾਤਮਾ ਪ੍ਰਕਾਸ਼ ਸਾਡੇ ਅੰਦਰ ਹੋ ਗਿਆ, ਸਾਡਾ ਆਇਆਂ ਦਾ ਮਨੋਰਥ ਪੂਰਾ ਹੋ ਗਿਆ। ਸਾਚ ਸ਼ਬਦ ਬਿਨ ਮੁਕਤੇ ਨਾ ਕੋਇ। ਇਸ ਇੱਕ ਸ਼ਬਦ ਤੋਂ ਬਿਨਾ ਕੋਈ ਵੀ ਮੁਕਤ ਪਦਾਰਥ ਹਾਸਲ ਨਹੀਂ ਕਰ ਸਕਿਆ। ਆ ਐਸ ਬਾਣੀ ਦਾ ਸਾਰਾਂਸ਼ ਹੈ, ਤੱਤ ਹੈ, ਵਸਤੂ ਹੈ। ਅਕਾਲ ਪੁਰਖ ਦੇ ਭਗਤੀ ਕੀਤਿਆਂ ਹੀ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ, ਉਹਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਉਹਨੂੰ ਪ੍ਰਗਟ ਕਰਕੇ ਹੀ ਮਨੁੱਖ ਸੂਚਾ ਕਹਾ ਸਕਦਾ ਹੈ। ਇਹ ਪ੍ਰਗਟ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਆਪਣੇ ਘਰ 'ਚ ਬੈਠ ਕੇ, ਘਰ 'ਚ ਬੈਠਣ ਦਾ ਭਾਵ ਕਿ ਆਪਣੇ ਮਨ ਨੂੰ ਅਸੀਂ ਵਿਚਾਰਾਂ ਤੋਂ ਮੁਕਤ ਨਹੀਂ ਕਰ ਲੈਂਦੇ। ਬਾਕੀ ਯਾਤਰਾ ਜਿੰਨੀ ਮਰਜ਼ੀ ਕਰੀ ਜਾਓ। ਆ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਸਾਹਮਣੇ ਆ COVID-19 ਦੀ। 1 ਸਾਲ ਦੇ ਵਿੱਚ 25 ਸਮਾਗਮ, ਅਖੰਡ ਕੀਰਤਨੀਆਂ ਦੇ ਰਹਿਣ ਸਬਾਈ, ਹੋਰ ਜਪ ਤਪ ਸਮਾਗਮ ਜਾਂ ਹੋਰ ਨਾਮ ਅਭਿਆਸ ਸਮਾਗਮ, ਕਿੰਨੇ ਕਿੰਨੇ ਤੁਰੇ ਫਿਰਦੇ ਕਰਦੇ ਸੀ, ਮਿਹਨਤ ਕਰਦੇ ਸੀ। ਪਰ ਹੁਣ ਸਾਲ ਕੁ ਤੋਂ ਸਾਰਾ ਕੁਝ ਬੰਦ ਹੋਇਆ। ਕੀ ਫਰਕ ਆਇਆ? ਕੀ ਫਰਕ ਪਿਆ? ਇਸ ਸਮੇਂ ਦੇ ਵਿੱਚ ਸਾਨੂੰ ਆਪਣਾ ਐਨਾਲਿਸਿਸ ਕਰਨ ਦਾ ਟਾਈਮ ਮਿਲ ਗਿਆ। ਅਸੀਂ ਹੁਣ ਵੀ ਜੀ ਰਹੇ ਹਾਂ, ਹੁਣ ਵੀ ਸਾਹ ਲੈ ਰਹੇ ਹਾਂ। ਆਏ ਹਫ਼ਤੇ ਹੀ ਰਹਿਣ ਸਬਾਈ ਹੁੰਦੀ ਸੀ, 2 ਹਫ਼ਤਿਆਂ ਦੇ ਬਾਅਦ ਪ੍ਰੋਗਰਾਮ ਹੁੰਦਾ ਸੀ ਕੀਰਤਨ ਦਾ, ਨਹੀਂ ਹੋ ਰਿਹਾ ਹੁਣ। ਕੀ ਘਾਟਾ ਪਿਆ? ਕੁਛ ਵੀ ਘਾਟਾ ਨਹੀਂ ਪਿਆ, ਕਿਉਂਕਿ ਉਹ ਕੰਮ ਕਰਨਾ ਹੀ ਨਹੀਂ ਸੀ। ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਕਿ ਆਪਣਾ ਸੈਲਫ ਐਨਾਲਿਸਿਸ ਕਰਕੇ, ਆਪਣੇ ਆਪ ਨੂੰ ਸੋਧ ਕੇ ਪ੍ਰਮਾਤਮਾ ਨੂੰ ਮਿਲ। ਆਪਣੇ ਘਰ ਬਹਿਣਾ ਸੀ ਅਸੀਂ। 2 ਚੀਜ਼ਾਂ ਨੇ, ਦੁਨਿਆਵੀ ਤੌਰ ਤੇ ਭੌਣ ਦੀ ਗੱਲ ਹੋ ਰਹੀ ਹੈ, ਉਹ ਵੀ ਅਸੀਂ ਅਵੋਇਡ ਕਰਨੀ ਹੈ। ਦੂਸਰਾ, ਸਰੀਰਕ ਤੌਰ ਤੇ ਆਪਣੇ ਮਨ ਦੀ ਗੱਲ ਕਰਦੇ ਹਾਂ ਕਿ ਮਨ ਬਾਹਰ ਜਾਂਦਾ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ, ਮਹੱਲਾ ਪਹਿਲਾ, ਗੁਰੂ ਬਾਬੇ ਨਾਨਕ ਦੀ ਬਾਣੀ ਹੈ। ਕਹਿੰਦੇ ਮਨਾ ਤੂੰ ਅੰਦਰ ਹੀ ਰਹਿ, ਆਪਣੇ ਘਰ ਦੇ ਬਾਹਰ ਨਾ ਜਾ। ਕੋਈ ਲਾਭ ਨਹੀਂ ਹੋਣਾ ਉਹਨਾਂ ਚੀਜ਼ਾਂ ਦਾ, ਕੋਈ ਲਾਭ ਨਹੀਂ ਹੋਣਾ।
ਆਪਾਂ ਸੋਚ ਰਹੇ ਹਾਂ, ਲੱਗ ਰਹੇ ਆ, ਲੇਕਿਨ ਜਦੋਂ ਗੁਰਬਾਣੀ ਦਾ ਐਨਾਲਿਸਿਸ ਕਰਾਂਗੇ ਅਸੀਂ, ਸਾਰੀ ਗੁਰਬਾਣੀ ਚੋਂ ਸਾਨੂੰ ਇਹੀ ਤੱਤ ਵਸਤੂ ਮਿਲਣੀ ਹੈ ਕਿ ਆਪਣੇ ਘਰ ਬੈਠ ਕੇ ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਫਿਜ਼ੀਕਲੀ ਤੌਰ ਤੇ ਵੀ ਅਸੀਂ ਬਾਹਰ ਨਹੀਂ ਪਾਉਣਾ, ਕਿਤੇ ਤੀਰਥ ਯਾਤਰਾ ਕੋਈ ਸਾਨੂੰ ਕਿਤੇ ਨਹੀਂ ਹੁਕਮ ਕੀਤਾ ਬਾਣੀ 'ਚ। ਤੀਰਥ ਹਮਰਾ ਹਰ ਕੋ ਨਾਮ, ਗੁਰੂ ਉਪਦੇਸਿਆ ਤਤ ਗਿਆਨ। ਸਭ ਤੋਂ ਵੱਡਾ ਤੀਰਥ ਹੈ ਮਨੁੱਖ ਵਾਸਤੇ ਆਪਣੇ ਘਰ ਬਹਿ ਕੇ ਅਕਾਲ ਪੁਰਖ ਦਾ ਨਾਮ ਜਪਣਾ, ਮਨ ਨੂੰ ਵਿਚਾਰਾਂ ਤੋਂ ਮੁਕਤ ਕਰਨਾ, ਕਿਉਂਕਿ ਇਹ ਸ਼ਬਦ ਤੋਂ ਬਿਨਾਂ ਇਹ ਮੁਕਤ ਪਦਾਰਥ ਹਾਸਲ ਨਹੀਂ ਕੀਤਾ ਜਾ ਸਕਦਾ। ਇਹ ਐਸ ਬਾਣੀ ਦਾ ਤੱਤ ਸਾਰ ਹੈ। ਹੁਣ ਸਵਾਲ ਕਦੋਂ ਬੰਦਾ ਕਰਦਾ? ਫੋਰ ਐਗਜ਼ਾਮਪਲ, ਬੰਦੇ ਨੂੰ ਕੋਈ ਬਿਮਾਰੀ ਚਿੰਬੜ ਗਈ, ਡਾਕਟਰ ਨੂੰ ਵੀ ਬੰਦਾ ਕਹੂਗਾ ਕਿ ਪਤਾ ਨਹੀਂ ਕਿਉਂ ਹੋ ਗਿਆ, ਮੈਨੂੰ ਪਤਾ ਨਹੀਂ ਇਹ ਕਿੱਥੋਂ ਰੋਗ ਲੱਗ ਗਿਆ। ਕੋਈ ਘਰ ਆਊ ਪਤਾ ਲੈਣ, ਉਹਨੂੰ ਵੀ ਪੁੱਛੂ ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਇਹ ਰੋਗ ਕਿੱਥੋਂ ਚਿੰਬੜ ਗਿਆ। ਪਰ ਇੱਕ ਖਿਆਲ ਕੀਤਾ ਕਿ ਜਦੋਂ ਬੰਦਾ ਤੰਦਰੁਸਤ ਹੁੰਦਾ ਉਦੋਂ ਨਹੀਂ ਸਵਾਲ ਕਰਦਾ, ਉਦੋਂ ਕਹਿੰਦਾ ਕਿ ਪਤਾ ਨਹੀਂ ਯਾਰ ਇੰਨੀ ਤੰਦਰੁਸਤੀ ਕਿੱਥੋਂ ਆ ਗਈ, ਪਤਾ ਨਹੀਂ ਮੇਰੇ 'ਚ ਇੰਨੀ ਐਨਰਜੀ ਕਿੱਥੋਂ ਆ ਗਈ, ਉਦੋਂ ਨਹੀਂ ਗੱਲ ਕਰਦਾ। ਸੋ ਸਵਾਲ ਉਦੋਂ ਨਿਕਲਦਾ ਜਦੋਂ ਅੰਦਰੋਂ ਦੁੱਖ ਹੁੰਦਾ, ਪਰੇਸ਼ਾਨੀ ਹੁੰਦੀ, ਸਵਾਲ ਤਾਂ ਪੈਦਾ ਹੁੰਦੇ ਆ। ਹੁਣ ਰਹਾਉ ਤੋਂ ਪਹਿਲੀਆਂ ਤੁਕਾਂ ਦੀ ਆਪਾਂ ਗੱਲ ਕਰਦੇ ਹਾਂ, ਰਹਾਉ ਤੋਂ ਉੱਤੇ ਜਿਹੜੀਆਂ ਤੁਕਾਂ ਹੋਣਗੀਆਂ, ਇਹ ਸਾਰੀ ਗੁਰਬਾਣੀ ਦਾ ਪੈਟਰਨ ਚੱਲੇਗਾ। ਜੇਕਰ ਰਹਾਉ ਹੋਏਗਾ, ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਪੇਜ ਨੰਬਰ 938, ਅੰਕ ਨੰਬਰ। ਅੰਗ ਨਹੀਂ ਅਸੀਂ ਕਹਿੰਦੇ ਕਿਉਂਕਿ ਅਸੀਂ ਦੇਹ 'ਚ ਗੁਰੂ ਨੂੰ ਗੁਰਬਾਣੀ ਨੇ ਮੰਨਿਆ ਨਹੀਂ ਹੈ। ਅਸੀਂ ਆਪਣੇ ਗੁਰਬਾਣੀ ਗੁਰੂ ਦਾ ਹੁਕਮ ਵਜਾਵਾਂਗੇ, ਇਸ ਕਰਕੇ ਅਸੀਂ ਪੇਜ ਨੰਬਰ ਹੀ ਪ੍ਰੋਨਾਊਂਸ ਕਰਾਂਗੇ, ਅੰਕ ਨੰਬਰ, ਬਿਕੋਜ਼ ਗੁਰੂ ਦੇਹ ਨਹੀਂ ਹੈ, ਗੁਰੂ ਗਿਆਨ ਹੈ। ਗਿਆਨ ਨੂੰ ਹਮੇਸ਼ਾ ਬੁੱਧੀ ਫੜਦੀ ਹੈ। ਕਰਤਾ ਪੁਰਖ ਇੱਕ ਹੈ, ਉਹ ਦੇਹ ਰੂਪ ਨਹੀਂ ਹੈ। ਉਹ ਇੱਕ, ਉਹ ਧੁਨ ਰੂਪ ਹੈ। ਉਹ ਆਪ ਵੀ ਸਦਾ ਕਾਇਮ ਹੈ, ਇਸ ਕਰਕੇ ਉਹਦਾ ਗੁਰਪ੍ਰਸਾਦ ਵੀ ਸਦਾ ਕਾਇਮ ਹੈ। ਉਹਦੀ ਹੋਂਦ ਸਦਾ ਕਾਇਮ ਹੈ, ਇਸ ਕਰਕੇ ਉਸ ਦੀ ਕਿਰਪਾ ਦੀ ਹੋਂਦ ਵੀ ਸਦਾ ਕਾਇਮ ਹੈ। ਰਹਾਉ ਤੋਂ ਪਹਿਲੀਆਂ ਤੁਕਾਂ ਬੜੀ ਉੱਚ ਕੋਟੀ ਦੀਆਂ ਹੋਣਗੀਆਂ। ਰਹਾਉ ਚੋਂ ਅਸੀਂ ਤੱਤ ਵਸਤੂ ਲੱਭਿਆ, ਕਿਆ ਭਵੀ ਹੈ ਸੱਚ ਸੂਚਾ ਹੋਏ। ਚੱਚੇ ਨੂੰ ਸਿਹਾਰੀ ਜਿਹੜੀ ਹੈ, ਇਹਨੂੰ ਇਗਨੋਰ ਨਾ ਕਰਿਓ। ਸਿਹਾਰੀ ਦੇ ਨਾਲ ਜਿਹੜੇ ਮੀਨਿੰਗ ਨੇ ਉਹ ਤਬਦੀਲ ਹੋ ਜਾਂਦੇ ਆ ਕੁੱਲ ਹੀ। ਕਿਆ ਭਵੀ ਹੈ ਸੱਚ ਸੂਚਾ ਹੋਏ, ਇੱਕ ਪ੍ਰੋਨਾਂਸੀਏਸ਼ਨ ਇਹ ਹੈ ਸੋ ਕਾਲਡ। ਇੱਕ ਜਦੋਂ ਧਿਆਨ ਨਾਲ ਤੁਸੀਂ ਕਿਆ ਭਵੀ ਹੈ ਸੱਚੇ ਸੂਚਾ ਹੋਏ, ਚੱਚੇ ਨੂੰ ਸਿਹਾਰੀ ਜਿਹੜੀ ਹੈ ਉਹਦੀ ਵੈਲਿਊ ਪੂਰੇ ਅੱਖਰ ਜਿੰਨੀ ਹੈ। ਇੱਧਰ ਉੱਧਰ ਦੇਸਾਂ ਦਸਾਂਤਰਾਂ ਤੀਰਥਾਂ ਤੇ ਪਾਉਣ ਦਾ ਕੀ ਲਾਭ? ਇਹ ਅਰਥ ਦਿੱਤੇ ਹੋਏ ਸਕਰੀਨ ਤੇ ਤੁਹਾਡੇ ਆ ਰਹੇ ਨੇ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆਂ ਹੀ ਪਵਿੱਤਰ ਹੋਈਦਾ ਹੈ। ਚੱਚੇ ਨੂੰ ਸਿਹਾਰੀ, ਇਹ ਲਫ਼ਜ਼ ਮੇਨ ਹੈ ਉਸ ਪਰਮਾਤਮਾ ਦੇ ਮਿਲਾਪ ਦੇ ਨਾਲ।
ਉਸ ਪਰਮਾਤਮਾ ਦੇ ਵਿੱਚ ਸਮਾਉਣ ਤੋਂ ਬਾਅਦ, ਉਸ ਪਰਮਾਤਮਾ ਨੂੰ ਭੇਟਣ ਤੋਂ ਬਾਅਦ ਸੁੱਚਾ ਹੋਏ। ਉੱਥੇ ਤੱਤ ਵਸਤੂ ਦੱਸਦੇ ਆ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਕੋਈ ਮੁਕਤ ਨਹੀਂ ਹੋ ਸਕਿਆ ਉਸ ਸ਼ਬਦ ਤੋਂ ਬਿਨਾਂ। ਰਹਾਓ, ਰਹਾਓ ਤੋਂ ਪਹਿਲੀਆਂ ਤੁਕਾਂ ਬਹੁਤ ਉੱਚ ਕੋਟੀ ਦੀਆਂ ਹੋਣਗੀਆਂ। ਆਪਾਂ ਸੋਲਾ ਬਾਣੀ ਵਿਚਾਰ ਕੇ ਆਏ ਹਾਂ, ਆਨੰਦ ਬਾਣੀ ਵਿਚਾਰ ਕੇ ਆਏ ਹਾਂ, ਔਰ ਤਕਰੀਬਨ ਹਰ ਹਫਤੇ ਅਸੀਂ ਕੋਈ ਹਫਤਾ 1 ਸਾਲ ਤੋਂ ਮਿਸ ਨਹੀਂ ਹੋਣ ਦਿੱਤਾ। ਅਨੇਕਾਂ ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਕੱਢ ਕੇ ਵਿਚਾਰੇ ਨੇ। ਦੇਖਿਆ ਕਿ ਗੁਰੂਆਂ ਨੇ ਸਾਨੂੰ ਉਪਦੇਸ਼ ਕੀ ਕੀਤਾ ਹੈ। ਸਿੱਧ ਸਭਾ ਕਰ ਆਸਣ ਬੈਠੇ। ਇੱਥੇ ਹੁਣ ਦੁਨਿਆਵੀ ਸਿੱਧਾਂ ਦੀ ਗੱਲ ਨਹੀਂ ਹੈ। ਸਿੱਧ ਸਭਾ ਦਾ ਮਤਲਬ ਹੈ ਸਤ ਸਭਾ, ਸਿੱਖ ਸਭਾ, ਸਾਧ ਸੰਗਤ, ਸਤ ਸੰਗਤ, ਸੱਚ ਸੰਗਤ। ਇਹ ਸਭ ਇੱਕੋ ਚੀਜ਼ ਦੇ ਲਖਾਇਕ ਨੇ। ਇਨ ਸ਼ਾਰਟ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਦਾ ਜਿਹੜਾ ਅੰਤਰੀਵ ਭਾਵ ਹੈ ਉਹ ਇੱਕੋ ਚੀਜ਼ ਨਾਲ ਜਾ ਕੇ ਜੁੜਨਾ ਹੈ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਸਿੱਧ ਸਭਾ ਉਹ ਹੈ ਜਦੋਂ ਮਨ ਮੁਕੰਮਲ ਤੌਰ ਤੇ ਵਿਚਾਰਾਂ ਤੋਂ ਮੁਕਤ ਹੋ ਗਿਆ। ਜਿਸ ਤਰ੍ਹਾਂ ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੇ। उस स्थान का नहीं विनाश। सो ये सिद्ध सभा, सत सभा, संत सभा, साध संगत, सत संगत, सच संगत, कंफ्यूज नहीं होना। इन्हां दा अंतरीव भाव इक्को थां ते जाके मुकदा है, इक्को थां ते जाके बैठदा है। सिद्ध सभा कर आसन बैठे। सिद्ध सभा उदों है जदों मनुख जिउंदे जी गुरसिख होके अपने मन नूं खड़ा कर लैंदा है। मन मुकम्मल तौर ते टोटल डिटैच हो जाता है। सिद्ध सभा, सभा की कहते, सभा लगी है, एक मीटिंग हो, जदों रब नाल साडी मीटिंग होनी शुरू हो जाती है या मीटिंग हो जाती है, दैट इज कॉल्ड सिद्ध सभा। सिद्ध सभा करे आसने बैठे, उस सभा दे विच मुकम्मल तौर ते जाके बह गए। संत सभा जयकारो ते उत्थे बह के की कीता, उत्थे बह के अनहद शब्द जिहड़ा वज रिहा है, उस शब्द दे विच शामिल हो गए। आसने बैठे, सिद्ध सभा करे आसने बैठे, मन नूं मुकम्मल तौर ते बिठा दिता, प्रभु नाल मिलाप हो गया। मिलाप होण तो बाद दी अवस्था की है, अनहद धुनियां। उत्थे अनहद धुनी दर वजदे मिलिया हर सोई।
ਕਹਿੰਦੇ ਤਿਸ ਆਗੈ ਰਹਿਰਾਸ ਹਮਾਰੀ, ਹੋਰ ਕਲੀਅਰ ਕਰਦੇ ਜੈਕਾਰੋ ਨੂੰ ਕਲੀਅਰ ਕਰਦੇ ਆ। ਜੈਕਾਰੋ ਦਾ ਮਤਲਬ ਹੈ ਹੀ ਨਾਮ ਜਪਣਾ, ਗੂੰਜਾਂ ਪੈ ਰਹੀਆਂ ਸ਼ਬਦ ਦੀਆਂ। ਉਸ ਅਕਾਲ ਪੁਰਖ ਦੇ ਅੱਗੇ ਰਹਿਰਾਸ ਦਾ ਜਿਹੜਾ ਅੱਖਰੀ ਅਰਥ ਲਿਆ ਜਾਂਦਾ ਹੈ ਉਹ ਹੈ ਨਮਸਕਾਰ। ਲੇਕਿਨ ਰਾਸ ਔਰ ਰੋ ਨੂੰ ਜਦੋਂ ਆਪਾਂ ਅਲੱਗ-ਅਲੱਗ ਦੇਖਦੇ ਹਾਂ, ਰਾਸ ਨੂੰ ਪੂੰਜੀ ਵੀ ਕਿਹਾ ਜਾਂਦਾ ਹੈ, ਰਾਸ ਨੂੰ ਪੂੰਜੀ ਵੀ ਕਿਹਾ ਜਾਂਦਾ ਹੈ। ਔਰ ਜਦੋਂ ਰਹਿ ਰਾਸ, ਸਭ ਤੋਂ ਵੱਡੀ ਪੂੰਜੀ ਕੀ ਹੈ ਬੰਦੇ ਦੀ, ਮਨੁੱਖ ਦੀ, ਸਿੱਖ ਦੀ? ਭਗਤੀ ਹੈ। ਕਹਿੰਦੇ ਫੇਰ ਉਸ ਅਕਾਲ ਪੁਰਖ ਦੇ ਮਿਲਾਪ ਤੋਂ ਬਾਅਦ ਮਨ ਜਦੋਂ ਖੜਾ ਹੋ ਗਿਆ, ਉੱਥੇ ਕੀ ਹੈ? ਉੱਥੇ ਵੀ ਅਕਾਲ ਪੁਰਖ ਦੇ ਅੱਗੇ ਜੋਦੜੀ ਹੈ, ਰਹਿ ਰਾਸ ਹੈ, ਭਗਤੀ ਹੈ। ਕਿਹਦੇ ਅੱਗੇ? ਸਾਚਾ ਅਪਰ ਅਪਾਰੋ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਬੇਅੰਤ ਹੈ। ਕਹਿੰਦੇ ਸਿੱਧ ਸਭਾ ਦੇ ਵਿੱਚ ਪਹੁੰਚ ਕੇ ਉੱਥੇ ਕਰਨਾ ਕੀ ਹੈ? ਕਿੱਦਾਂ ਉੱਥੇ ਆਸਣ ਲੱਗੂ ਤੇਰਾ? ਕੀ ਉਹਦੀ ਐਲੀਜੀਬਿਲਿਟੀ ਕੀ ਹੈ? ਕਹਿੰਦੇ ਮਸਤਕ ਕਾਟ ਧਰੀ ਤੇ ਸਾਗੇ, ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਨੀ, ਢੂਚਕਾਂ ਨਹੀਂ ਮਾਰਨੀਆਂ ਜ਼ਿਆਦਾ, ਗਿਆਨ ਵੀ ਨਹੀਂ ਜ਼ਿਆਦਾ ਘੋਟਣਾ, ਇਹ ਗੁਰਬਾਣੀ ਦਾ ਗਿਆਨ ਲੈਣਾ। ਗੁਰਬਾਣੀ ਜਿਸ ਤਰ੍ਹਾਂ ਰਾਹ ਦੱਸ ਰਹੀ ਹੈ, ਉਸ ਤਰ੍ਹਾਂ ਉਹਨੂੰ ਫੋਲੋ ਕਰਨਾ ਪੈਣਾ, ਉਹਦਾ ਇਲਾਜ ਹੀ ਕੋਈ ਹੈ ਨਹੀਂ। ਅਦਰਵਾਈਜ਼ ਇੱਕ ਮਜ਼ਾਕ ਬਣ ਕੇ ਰਹਿ ਜਾਏਗਾ। ਨਿਤਨੇਮ ਕੀਤੇ, ਖੰਡ ਪਾਠ ਕੀਤੇ, ਸਹਿਜ ਪਾਠ ਕਰਤੇ ਸਾਲ ਦੇ 22 ਰੱਬ ਮਿਲਿਆ ਹੀ ਨਹੀਂ, ਪ੍ਰਕਾਸ਼ ਹੀ ਨਹੀਂ ਹੋਇਆ ਅੰਦਰ। ਉਹ ਧਿਆਨ ਤੇ ਦਿਓ, ਜਿਹਨੂੰ ਅਸੀਂ ਗੁਰੂ ਕਹਿ ਰਹੇ ਹਾਂ, ਆਪਣਾ ਗੁਰੂ ਗ੍ਰੰਥ ਸਾਹਿਬ, ਜਿਹਨੂੰ ਅਸੀਂ ਮੱਥੇ ਟੇਕ ਰਹੇ ਹਾਂ, ਜਿਹਦਾ ਸਵੇਰੇ ਪ੍ਰਕਾਸ਼ ਕਰਦੇ ਹਾਂ, ਰਾਤ ਨੂੰ ਸੁੱਖ ਆਸਣ ਲਵਾਉਣੇ ਆ, ਉਹ ਕਹਿ ਕੀ ਰਿਹਾ? ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇਉ। ਇਹ ਪੋਇਟਿਕ ਹੈ, ਪੋਇਟਿਕ ਕਾਵ ਰੂਪ ਦੇ ਵਿੱਚ ਲਿਖਿਆ, ਸਾਨੂੰ ਸਮਝਾਇਆ। ਮਸਤਕ ਕੱਟਣਾ, ਮਸਤਕ ਦੇਣਾ, ਮਸਤਕ ਅੱਗੇ ਧਰਨਾ, ਕਿ ਮੈਂ ਟੋਟਲ ਸਰੈਂਡਰ ਕਰਨਾ ਹੈ, ਟੋਟਲ ਸਰੈਂਡਰ। ਮੈਂ ਆਪਣੇ ਜ਼ੋਰ ਨਾਲ, ਫਿਜ਼ੀਕਲ ਜ਼ੋਰ ਨਾਲ ਕੁਝ ਨਹੀਂ ਕਰ ਸਕਦਾ, ਮੈਂ ਆਪਣੇ ਮਨ ਦੇ ਜ਼ੋਰ ਨਾਲ ਕੁਝ ਨਹੀਂ ਕਰ ਸਕਦਾ। ਜੋ ਹੋਣਾ ਹੈ ਉਹ ਸ਼ੁਰੂਆਤ ਦੇ ਵਿੱਚ ਅਸੀਂ ਪੜ੍ਹਿਆ ਹੈ, ਇੱਕ ਉਹ ਸੱਤੇ ਗੁਰ ਪ੍ਰਸਾਦ। ਜੋ ਹੁਣ ਇਹ ਤਾਂ ਲਿਖਿਆ, ਇਹ ਐਵੇਂ ਨੂੰ ਮੰਗਲਾਚਰਨ, ਮੰਗਲਾਚਰਨ, ਮੰਗਲਾਚਰਨ ਕੀ ਹੈ ਇਹਦੇ ਚ? ਇਹ ਰਹੱਸ ਅਸੀਂ ਬਾਣੀ ਚੋਂ ਕੱਢਣੇ ਆ। ਇੱਕ ਅਕਾਲ ਪੁਰਖ ਹੈ, ਉਹ ਧੁਨ ਰੂਪ ਹੈ, ਉਹਦੀ ਹੋਂਦ ਸਦਾ ਕਾਇਮ ਹੈ। ਜੇਕਰ ਉਹਦੀ ਹੋਂਦ ਸਦਾ ਕਾਇਮ ਹੈ ਤੇ ਉਹਦੀ ਕਿਰਪਾ ਸਦਾ ਕਾਇਮ ਹੈ। ਇਹ ਜਿਹੜੀ ਲਾਈਨ ਹੈ, ਇੱਕ ਉਹ ਸਤਿਗੁਰ ਪ੍ਰਸਾਦ, ਇਹ ਓਰੀਜਨਲ ਸਰੂਪ ਦੇ ਵਿੱਚ ਇਸ ਲਾਈਨ ਤੋਂ ਪਹਿਲਾਂ ਆਉਂਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਦੈਨ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਇਹ ਛਾਪੇਖਾਨੇ ਦੀ ਗਲਤੀ ਦੀ ਵਜ੍ਹਾ ਦੇ ਨਾਲ ਆ ਸਾਰਾ ਜਿਹੜਾ ਸਰੂਪ ਹੈ, ਇੱਕ ਉਹ ਸਤਿਗੁਰ ਪ੍ਰਸਾਦ, ਇਹ ਇਸ ਲਾਈਨ ਤੋਂ ਬਾਅਦ ਆਉਣਾ ਸ਼ੁਰੂ ਹੋ ਗਿਆ। ਲੇਕਿਨ ਓਰੀਜਨਲੀ ਗੁਰੂ ਸਾਹਿਬਾਨਾਂ ਨੇ ਜਦੋਂ ਰਚਨਾ ਕੀਤੀ ਹੈ ਬਾਣੀ ਦੀ, ਫਿਰ ਬਾਣੀ ਲਿਖੀ ਹੈ, ਸ਼ੁਰੂਆਤ ਦੇ ਵਿੱਚ ਇੱਕ ਉਹ ਸਤਿਗੁਰ ਪ੍ਰਸਾਦ ਲਿਖਿਆ ਗਿਆ। ਇਹਦੇ ਤੇ ਬਾਅਦ ਚ ਆਵਾਂਗੇ, ਜਦੋਂ ਆਪਾਂ ਕਰਾਂਗੇ ਵਿਚਾਰ ਜਪ ਬਾਣੀ ਦਾ, ਉਦੋਂ ਫਿਰ ਇਹਦਾ ਜਿਹੜਾ ਸਰੂਪ ਹੈ ਆਪਾਂ ਇਹਨੂੰ ਖੋਲਾਂਗੇ। ਹਾਂਜੀ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਉਸ ਅਕਾਲ ਪੁਰਖ ਦੀ ਸੰਗਤ 'ਚ ਜਾ ਕੇ ਬੈਠ ਗਏ,
ਉੱਥੇ ਬੈਠ ਕੇ ਵੀ ਨਾਮ ਦੀ ਧੁਨੀਆਂ ਦੇ ਵਾਜੇ ਵੱਜ ਰਹੇ ਨੇ। ਉਹਦੇ ਅੱਗੇ ਜਿਹੜੀ ਸਾਡੀ ਨਮਸਕਾਰ ਹੈ, ਜਿਹੜੀ ਸਾਡੀ ਨਾਮ ਦੀ ਨਮਸਕਾਰ ਹੋ ਰਹੀ ਆ, ਉਹਦੇ ਉੱਥੇ ਬੈਠ ਕੇ ਵੀ ਅਸੀਂ ਨਾਮ ਦੀ ਚਰਚਾ ਕਰ ਰਹੇ ਹਾਂ, ਨਾਮ ਦਾ ਅਭਿਆਸ ਕਰ ਰਹੇ ਹਾਂ। ਸਾਚਾ ਅਪਰ ਅਪਾਰੋ। ਫਿਰ ਕੀ ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇਉ, ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਪਾਏ ਜਸ ਲਿਓ। ਸੰਤ ਮਿਲੈ, ਸਤਿਗੁਰ ਦਾ ਮਿਲਾਪ, ਸਤਿਗੁਰ ਦੀ ਹਾਜ਼ਰੀ, ਸਤਿਗੁਰ ਦਾ ਪ੍ਰਕਾਸ਼ ਮੇਰੇ ਅੰਦਰ, ਸੱਚ ਪਾਈਐ। ਨਾਮ ਦੀ ਪ੍ਰਾਪਤੀ ਕਿਵੇਂ? ਸਹਿਜ ਪਾਏ। ਚੌਥੀ ਅਵਸਥਾ, ਚੌਥੇ ਪਦ में सहज है, ਨਾਮ ਮਿਲ ਗਿਆ। ਬਿਲਕੁਲ ਅਖੀਰੀ ਅਵਸਥਾ ਦੀ ਗੱਲ ਹੈ। ਇਸੇ ਕਰਕੇ ਕਿਹਾ ਕਿ ਰਹਾਉ ਤੋਂ ਪਹਿਲੀਆਂ ਤੁਕਾਂ ਬਹੁਤ ਉੱਚ ਕੋਟੀ ਦੀਆਂ ਨੇ। ਨਾਨਕ ਸੰਤ ਮਿਲੈ ਸੱਚ ਪਾਈਐ, ਅਕਾਲ ਪੁਰਖ ਨਾਲ ਮਿਲਾਪ ਹੋ ਗਿਆ, ਸਤਿਗੁਰੂ ਨਾਲ ਮਿਲਾਪ ਹੋ ਗਿਆ, ਉਹਦੀ ਹਾਜ਼ਰੀ 'ਚ ਮੈਂ ਸੱਚ ਦੀ ਪ੍ਰਾਪਤੀ ਕਰ ਲਈ, ਨਾਮ ਦੀ ਪ੍ਰਾਪਤੀ ਕੀਤੀ। ਕਿਵੇਂ ਕੀਤੀ? ਸਹਿਜ ਭਾਏ ਜਸ ਲਿਓ। ਨਾਮ ਮਿਲ ਗਿਆ, ਮੈਂ ਦੀਖਿਤ ਹੋ ਗਿਆ, ਮੈਂ ਅੰਮ੍ਰਿਤ ਧਾਰੀ ਹੋ ਗਿਆ। ਜੇ ਹੁਣ ਇੱਥੇ ਕਵਾਂਗੇ ਅੰਮ੍ਰਿਤ ਧਾਰੀ ਤੇ ਉਹ ਗਲਤ ਨਹੀਂ ਹੋਏਗਾ। ਬਾਹਰ ਦੁਨਿਆਵੀ ਅੰਮ੍ਰਿਤ ਧਾਰੀ ਨਹੀਂ ਹੁੰਦਾ, ਉਹ ਖੰਡੇ ਬਾਟੇ ਦੀ ਪੌਲ ਲਈ ਦੀ ਹੈ, ਦੀਖਿਆ ਲਈ ਦੀ ਹੈ। ਉਹ ਗਲਤ ਇਸਤੇਮਾਲ ਹੈ ਲਫ਼ਜ਼ਾਂ ਦਾ। ਇਹਦੇ ਲਈ ਕਰਨਾ ਕੀ ਪਊਗਾ? ਕਹਿੰਦੇ ਕਿਆ ਭਵੀ ਹੈ। ਕਹਿੰਦੇ ਪਹਿਲਾਂ ਤੇ ਘੁੰਮਣਾ ਛੱਡ, ਬਾਹਰ ਜਾਣਾ ਛੱਡ, ਸਰੀਰਕ ਤੌਰ ਤੇ ਵੀ, ਮਨ ਦੇ ਤੌਰ ਤੇ ਵੀ। ਕਿਉਂ? ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਕੋਈ ਨਹੀਂ ਮੁਕਤ ਹੋਇਆ ਸੱਚੇ ਸ਼ਬਦ ਤੋਂ ਬਿਨਾਂ, ਉਸ ਦੀ ਕਮਾਈ ਤੋਂ ਬਿਨਾਂ, ਉਸ ਦੀ ਭਗਤੀ ਤੋਂ ਬਿਨਾਂ। ਇਹ ਹੈ ਰਹਾਉ ਸ਼ਬਦ ਦਾ ਅੰਤਰੀਵ ਭਾਵ, ਇੱਥੇ ਆ ਕੇ ਸਮਾਏਗਾ। ਸਾਰੀ ਚੀਜ਼ ਇਸ ਦੋ ਤੁਕਾਂ ਦੇ ਰਹਾਉ ਦੀ ਪੂਰੀ ਕੰਪਲੀਟ ਜਿਹੜਾ ਹੈ, ਕਿਆ ਭਵੀ ਹੈ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਇੱਥੇ ਆ ਕੇ ਸਮਾਉਣੀ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਉ, ਬਾਹਰ ਢੂੰਡਤ ਬਹੁਤ ਦੁੱਖ ਪਾਵ ਹੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹ ਅੰਮ੍ਰਿਤ ਜਿਹਦੇ ਪਿੱਛੇ ਜਿਹਦੀ ਪ੍ਰਾਪਤੀ ਵਾਸਤੇ ਅਸੀਂ ਲੋਚਦੇ ਫਿਰਦੇ ਹਾਂ, ਉਹ ਅੰਦਰੇ ਹੀ ਹੈ, ਬਾਹਰੋਂ ਨਹੀਂ ਮਿਲਣਾ ਕਿਤੇ। ਇਸੇ ਕਰਕੇ ਬਾਬੇ ਨਾਨਕ ਦਾ ਜਿਹੜਾ ਰਾਹ ਸੀ, ਉਹ ਕਹਿੰਦੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਕਹਿੰਦੇ ਸਾਰਿਆਂ ਜੀਵਾਂ ਵਿੱਚ, ਅਨੇਕਾਂ ਰੰਗਾਂ ਰੂਪਾਂ ਵਿੱਚ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਣਾ, ਇਹ ਹੈ ਮੇਰੀ ਬੈਰਾਗਣ, ਇਹ ਹੈ ਮੇਰੀ ਦ੍ਰਿਸ਼ਟੀ, ਇਹ ਹੈ ਮੇਰਾ ਧਰਮ। ਕਹੋ ਨਾਨਕ, ਮੈਂ ਉਸ ਅਕਾਲ ਪੁਰਖ ਦੇ ਸ਼ਬਦ ਨੂੰ ਜਪ ਰਿਹਾ, ਸੁਣ ਭਰਥਰ ਜੋਗੀ। ਭਰਥਰ ਜੋਗੀ ਮੇਰੀ ਗੱਲ ਸੁਣ, ਮੇਰਾ ਆ ਧਰਮ ਹੈ ਜਿਹੜਾ ਮੈਨੂੰ ਅਕਾਲ ਪੁਰਖ ਦੇ ਚਰਨਾਂ 'ਚ ਜੁੜਨ ਲਈ ਪ੍ਰੇਰਨਾ ਦਿੰਦਾ, ਸਹਾਰਾ ਦਿੰਦਾ। ਸਭ ਜੀਵਾਂ ਵਿੱਚ, ਅਨੇਕਾਂ ਰੰਗਾਂ ਰੂਪਾਂ ਵਿੱਚ ਅਕਾਲ ਪੁਰਖ ਦੀ ਜੋਤ ਨੂੰ ਦੇਖਣਾ,
ਇਹ ਹੈ ਮੇਰਾ ਰਾਹ, ਧੰਨ ਬਾਬਾ ਨਾਨਕ। ਤੇ ਇਹ ਰਾਹ ਮੈਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਲਈ ਸਹਾਈ ਹੈ, ਸਹਾਰਾ ਹੈ ਮੇਰੇ ਵਾਸਤੇ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਇਹ ਵੀ ਬਾਬੇ ਨਾਨਕ ਦਾ ਸ਼ਬਦ ਹੈ ਆਸਾ ਰਾਗ ਦੇ ਵਿੱਚ। ਫਿਰ ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨ ਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਜੋ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਵਿੱਚ ਰੰਗਿਆ ਗਿਆ, ਜੋ ਵਿਰਕਤ ਹੋ ਗਿਆ, ਟੋਟਲ ਡਿਟੈਚਡ ਹੋ ਗਿਆ, ਉਹ ਆਪਣਾ ਜੀਵਨ ਜੂਏ ਚ ਨਹੀਂ ਗਵਾਉਂਦਾ। ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨ ਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਉਹ ਤੇ ਫਿਰ ਉਸ ਆਤਮਿਕ ਜੀਵਨ ਦੇ ਆਨੰਦ ਵਿੱਚ, ਉਸ ਬ੍ਰਹਮੰਡੀ ਧੁਨੀਆਂ ਦੇ ਵਿੱਚ, ਉਸ ਅਨਹਦ ਨਾਦ ਦੇ ਵਿੱਚ ਖੀਵਾ ਹੋ ਕੇ ਅੰਮ੍ਰਿਤ ਛਕ ਰਿਹਾ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਹ ਹੁਣ ਬਾਬੇ ਨਾਨਕ ਨੇ ਆਪਣੀ ਅਵਸਥਾ ਦੱਸ ਦਿੱਤੀ ਹੈ। ਸਿੱਧ ਸਭਾ ਕਰ ਆਸਣ ਬੈਠੇ, ਮੈਂ ਉਸ ਅਕਾਲ ਪੁਰਖ ਦੀ ਸਭਾ ਦੇ ਵਿੱਚ ਜਾ ਕੇ ਬਹਿ ਗਿਆ। ਉੱਥੇ ਬੈਠ ਕੇ ਮੈਂ ਉਹਨਾਂ ਬ੍ਰਹਮੰਡੀ ਧੁਨੀਆਂ ਦਾ ਨਾਮ ਰਸ ਦਾ ਆਨੰਦ ਲੈ ਰਿਹਾ। ਮੇਰੀ ਉਸ ਅੱਗੇ ਜੋਦੜੀ ਹੈ, ਉਸੇ ਅੱਗੇ ਮੇਰੀ ਭਗਤੀ ਹੈ। ਜਿਹੜਾ ਸਾਚਾ ਅਪਰ ਅਪਾਰੋ ਹੈ, ਉਸੇ ਅੱਗੇ ਹੋਰ ਕੰਡੀਸ਼ਨ ਲਾਤੀ ਕਿ ਮਸਤਕ ਕਾਟ ਧਰੀ ਤਿਸ ਆਗੇ, ਤਨ ਮਨ ਆਗੇ ਦਿਓ। ਆਪਣੀ ਮਤ ਨਹੀਂ ਮੈਂ ਵਰਤਦਾ, ਮੇਰੇ ਤਨ ਦਾ ਕੋਈ ਜ਼ੋਰ ਨਹੀਂ ਹੈ, ਮੇਰੇ ਮਨ ਦਾ ਕੋਈ ਜ਼ੋਰ ਨਹੀਂ ਹੈ, ਕਰਤਾ ਪੁਰਖ ਦੇ ਹੁਕਮ ਵਿੱਚ ਆ ਗਿਆ। ਪ੍ਰਭੂ ਦਾ ਮਿਲਾਪ ਹੋ ਗਿਆ, ਸੱਚ ਦੀ ਅਵਸਥਾ ਤੱਕ ਪਹੁੰਚ ਗਿਆ। ਸਹਿਜ ਭਾਏ ਜਸ ਲੈ, ਨਾਮ ਦੀ ਪ੍ਰਾਪਤੀ ਹੋ ਗਈ ਹੈ। ਪਹਿਲਾਂ ਇਹ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗ ਗਿਆ। ਪਹਿਲਾ ਪਦਾਰਥ ਹੈ ਜਨਮ, ਜਿਹੜਾ ਸਾਨੂੰ ਮਿਲ ਗਿਆ। ਦੂਜਾ ਹੈ ਗਿਆਨ, ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਕੱਤਰ ਕਰਨਾ ਹੈ। ਤੀਸਰਾ ਪਦਾਰਥ ਹੈ ਉਸ ਗਿਆਨ ਦੀ ਮਦਦ ਦੇ ਨਾਲ ਅਸੀਂ ਆਪਣੀ ਜੀਵਨ ਸ਼ੈਲੀ ਬਣਾਉਣੀ ਹੈ। ਵੇ ਆਫ ਲਾਈਫ ਅਸੀਂ ਉਸ ਗਿਆਨ ਦੇ ਅਕੋਰਡਿੰਗਲੀ ਲੈ ਕੇ ਜਾਣਾ। ਉਸ ਵੇ ਆਫ ਲਾਈਫ ਦੇ ਨਾਲ ਅਸੀਂ ਮੁਕਤ ਹੋਵਾਂਗੇ। ਮੁਕਤੀ ਤੋਂ ਬਾਅਦ ਨਾਮ ਪਦਾਰਥ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਬਾਬੇ ਨਾਨਕ ਦਾ ਟੋਟਲ ਰਸਤਾ ਪਹਿਲੇ ਸਟੈਂਜ਼ੇ ਦੇ ਵਿੱਚ ਉਹਨਾਂ ਨੇ ਸਮਝਾਤਾ। ਰਹਾਓ ਆਪਾਂ ਵਿਚਾਰ ਰਹੇ ਹਾਂ, ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਓ, ਇਹ ਸਵਾਲ ਫਿਰ ਸ਼ੁਰੂ ਹੁੰਦਾ ਉਸ ਤੋਂ ਬਾਅਦ। ਕਹਿੰਦੇ ਕਵਨ ਤੁਮੇ ਮੰਮੇ ਦੇ ਪੈਰ ਚ ਹਾਹਾ ਹੈ, ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਜੋਗੀ ਕਹਿੰਦਾ ਤੁਸੀਂ ਕੌਣ ਹੋ? ਬਾਬੇ ਨਾਨਕ ਨੂੰ, ਤੁਹਾਡਾ ਨਾਂ ਕੀ ਹੈ? ਤੁਹਾਡਾ ਮਤ ਕਿਹੜਾ ਹੈ? ਮਾਰਗ ਕੌਣ ਮਾਰਗ, ਇਹ ਹੈ ਮਤ। ਕਹਿੰਦੇ ਕਿਸ ਮਤ ਨੂੰ ਤੁਸੀਂ ਬਿਲੋਂਗ ਕਰਦੇ ਹੋ? ਜੋਗੀਆਂ ਦੇ ਵੀ ਕਈ ਮਤ ਹੁੰਦੇ ਸੀ, ਗੋਰਖਪੰਥੀ, ਹੋਰ ਕਈ ਨਾਮ ਨੇ, ਇਤਿਹਾਸ ਦੱਸੇ, ਆਪਾਂ ਪੜ੍ਹ ਸਕਦੇ ਹਾਂ।
ਕਹਿੰਦੇ ਤੁਸੀਂ ਕੌਣ ਹੋ, ਤੁਹਾਡਾ ਨਾਂ ਕੀ ਹੈ, ਤੁਹਾਡਾ ਮਤ ਕੀ ਹੈ ਤੇ ਤੁਹਾਡਾ ਮਨੋਰਥ ਕੀ ਹੈ, ਸੁਭਾਅ ਕੀ ਹੈ, ਡੈਸਟੀਨੇਸ਼ਨ ਆਬਜੈਕਟਿਵ ਕੀ ਹੈ, ਉਦੇਸ਼ ਕੀ ਹੈ। ਕਹਿੰਦੇ ਕੁਛ ਵੀ ਨਹੀਂ। ਕਹਿੰਦੇ ਸਾਚ ਕਹੂੰ, ਮੈਂ ਉਸ ਕਰਤੇ ਪੁਰਖ ਦੇ ਨਾਮ ਨੂੰ ਕਹਿਣਾ ਹਾਂ। ਇਹ ਕਹਿਣ ਦੇ ਨਾਲ ਹੀ ਮੇਰੀ ਅਰਦਾਸ ਹੋ ਰਹੀ ਹੈ, ਕਿਉਂਕਿ ਨਿਤ ਨਿਤ ਦਏ ਸੰਭਾਲੀ ਹੈ। ਅਸੀਂ ਤੇ ਹਟਣਾ ਹੀ ਨਹੀਂ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀ ਹੈ। ਨਾਮ ਤੋਂ ਬਿਨਾਂ ਤੇ ਸਾਡੀ ਕੋਈ ਗੱਲ ਹੀ ਨਹੀਂ। ਇੱਥੇ ਅਰਦਾਸ ਦਾ ਮਤਲਬ ਕੀ ਲਾਓਗੇ ਹੁਣ? ਪ੍ਰਥਮ ਭਗਉਤੀ ਸਿਮਰਕ ਹੈ। ਇਹਦੇ ਵੱਲ ਵੀ ਅਸੀਂ ਆਵਾਂਗੇ ਬਾਅਦ ਚ। ਕਹਿੰਦੇ ਮੈਂ ਸੱਚ ਨੂੰ ਕਹਿ ਰਿਹਾ, ਸੱਚ ਨੂੰ ਜੀ ਰਿਹਾ। ਵੇ ਆਫ ਲਾਈਫ ਮੇਰੀ ਸੱਚ ਦੇ ਅਕੋਰਡਿੰਗਲੀ ਹੈ। ਸਾਚ ਕਹੋ, ਇਹੀ ਮੇਰੀ ਅਰਦਾਸ ਹੈ। ਅਰਦਾਸ ਹਮਾਰੀ ਹੋਂ ਸੰਤ ਜਨਾਂ ਬਲ ਜਾਉ। ਕਹਿੰਦੇ ਮੈਂ ਗੱਲਾਂ ਵੀ ਸੁਣਦਾ, ਜਿਹੜੇ ਅਕਾਲ ਪੁਰਖ ਦੇ ਜਨ ਬਣ ਚੁੱਕੇ ਨੇ, ਉਹਨਾਂ ਦੀ ਸੰਗਤ ਵੀ ਮੈਂ ਕਰਦਾ। ਜਿਹੜੇ ਸੰਤ ਜਨ ਨੇ, ਉਹਨਾਂ ਦੇ ਪੈਰ 'ਚ ਪੈਰ ਵੀ ਮੈਂ ਰੱਖਦਾ, ਉਹਨਾਂ ਦਾ ਰਸਤਾ ਵੀ ਮੈਂ ਇਖਤਿਆਰ ਕਰਦਾ। ਕਹਿੰਦੇ ਬਸ ਇਹੋ ਮੇਰਾ ਮਤ ਹੈ, ਇਹੋ ਮੇਰਾ ਧਰਮ ਹੈ, ਇਹੋ ਮੇਰਾ ਰਾਸਤਾ ਹੈ, ਇਹੀ ਮੇਰਾ ਮਨੋਰਥ ਹੈ। ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਵੋ। ਕਹਿੰਦੇ ਤੁਸੀਂ ਕਿਸ ਦੇ ਆਸਰੇ ਇੰਨੇ ਸ਼ਾਂਤ ਚਿੱਤ ਹੋ? ਤੁਹਾਡਾ ਮਨ ਬੈਠਿਆ, ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ, ਤੁਹਾਡੇ ਜਵਾਬਾਂ ਤੋਂ ਲੱਗ ਰਿਹਾ ਕਿ ਤੁਹਾਡਾ ਮਨ ਬੈਸੋ, ਕਹਿ ਬੈਸੋ। ਇਹ ਨਹੀਂ ਵੀ ਬਹਿ ਗਿਆ ਥੱਲੇ, ਨਾ, ਮਨ ਖੜਾ ਕੀਤਾ ਉਹਨਾਂ ਨੇ। ਕਹਿੰਦੇ ਕਿਹਦੇ ਆਸਰੇ ਤੁਸੀਂ ਇੰਨੇ ਸ਼ਾਂਤ ਚਿੱਤ ਹੋ? ਕਿਹਦੇ ਆਸਰੇ ਤੁਸੀਂ ਆਪਣੇ ਮਨ ਨੂੰ ਖੜਾ ਕੀਤਾ ਹੈ? ਕਹਿ ਰਹੀ ਹੈ ਬਾਲੇ, ਤੁਹਾਡੀ ਸੁਰਤ ਕਿੱਥੇ ਜੁੜਦੀ ਹੈ? ਕਿੱਥੋਂ ਆਉਂਦੇ ਹੋ, ਕਿੱਥੇ ਜਾਂਦੇ ਹੋ? ਇਹ ਹੁਣ ਅੰਦਰੂਨੀ ਭੇਦ ਤੋਂ ਮੰਗ ਰਹੇ ਨੇ ਕਿ ਅਸੀਂ ਕਿੱਥੋਂ ਟੁੱਟ ਕੇ ਆਏ ਹਾਂ ਤੇ ਸਾਡਾ ਮਨੋਰਥ ਕੀ ਹੈ ਤੇ ਅਸੀਂ ਜਾਣਾ ਕਿੱਥੇ ਹੈ। ਕਹਿ ਆਵੋ ਕਹਿ ਜਾਓ। ਨਾਨਕ ਬੋਲੇ ਸੁਣ ਬੈਰਾਗੀ, ਕਿਆ तुम्हारा राहो। वाहिगुरु वाहिगुरु वाहिगुरु। नानक बोले सुन बैरागी, क्या तुम्हारा राहो। वाहिगुरु 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 वाहिगुरु। कह बैसो कह रही है बाले, कह आवो कह जाओ। कहते होर कोई रास्ता नहीं है मेरा। मैं उस अकाल पुरख दे नाम नू जपदा हाँ, सुनदा हाँ। होर कोई मेरा रास्ता नहीं है। किस तरह मैं उस नाम नू जपदा हाँ, किस तरह मैं सच नू कहना हाँ, किस तरह मेरी अरदास हो रही है। क्या भविया सच सुचा होए,
ਕਹਿੰਦੇ ਮੈਂ ਇੱਧਰ ਉੱਧਰ ਜਾਂਦਾ ਨਹੀਂ, ਨਾ ਮੈਂ ਮਨ ਨੂੰ ਇੱਧਰ ਜਾਣ ਦਿੰਦਾ ਉੱਧਰ ਜਾਣ ਦਿੰਦਾ, ਮਨ ਨੂੰ ਮੈਂ ਖੜਾ ਕਰ ਲਿਆ। ਸੱਚ ਦੇ ਵਿੱਚ ਮੈਂ ਆਪਣੇ ਆਪ ਨੂੰ ਸਮੋ ਲਿਆ ਤੇ ਮੈਂ ਹੁਣ ਸੂਚਾ ਹੋ ਕੇ ਇੱਕ ਥਾਂ ਤੇ ਬਹਿ ਗਿਆ। ਕਹਿੰਦੇ ਤੁਹਾਨੂੰ ਵੀ ਮੈਂ ਇੱਕ ਗੱਲ ਦਾ ਜਵਾਬ ਦੇ ਦਾਂ ਵੀ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਤੁਸੀਂ ਆ ਜਿਹੜੇ ਜੋਗੀ ਮਾੜੀਆਂ ਮੋਟੀਆਂ ਹਸਤੀਆਂ ਨਹੀਂ ਸੀ, ਕੁਛ ਉਦਾਂ ਬੈਰਾਗੀ ਹੋ ਗਏ ਸੀ, ਕੁਛ ਰਾਜੇ ਸੀ। ਆ ਭਰਥਰ ਬੜਾ ਵੱਡਾ ਰਾਜਾ ਸੀ। ਇਹ ਆਪਣਾ ਰਾਜ ਭਾਗ ਛੱਡ ਕੇ ਜੋਗੀ ਹੋ ਗਏ ਸੀ। ਇਹਨਾਂ ਨੇ ਬੜੀਆਂ ਬੜੀਆਂ ਸਿੱਧੀਆਂ ਕੀਤੀਆਂ ਸਨ, ਪ੍ਰਾਣਾਯਾਮ ਕਰ ਕਰਕੇ ਨਾ ਆਪਣੀਆਂ ਉਮਰਾਂ ਵਧਾਈਆਂ ਸਨ। ਕਹਿੰਦੇ ਇਹ ਭੌਣ ਹੈ, ਇਹ ਚੱਕਰਾਂ 'ਚ ਫਸਣਾ ਹੈ, ਤੁਸੀਂ ਫਸੇ ਹੋ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਹ ਨਾਮ ਤੋਂ ਬਿਨਾਂ ਕੋਈ ਮੁਕਤੀ ਨਹੀਂ ਪਾ ਸਕਿਆ ਅੱਜ ਤੱਕ। ਘਟ ਘਟ ਬੈਸ ਨਿਰੰਤਰ ਰਹੀ ਹੈ, ਚਾਲੇ ਸਤਿਗੁਰ ਭਾਏ। ਉਸ ਸਰਬ ਵਿਆਪੀ ਅਕਾਲ ਪੁਰਖ ਦੇ ਨਾਮ 'ਚ ਜੁੜ ਕੇ ਮੈਂ ਆਪਣੇ ਮਨ ਨੂੰ ਖੜਾ ਕੀਤਾ, ਮੈਂ ਸ਼ਾਂਤ ਚਿੱਤ ਹੋਇਆ ਤੇ ਅਸੀਂ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹਾਂ। ਪਿੱਛੇ ਸਵਾਲ ਸੀ, ਪਿੱਛੇ ਲਾਈਨ ਆਈ ਸੀ ਨਾ, ਇਹ ਉਹਦਾ ਜਵਾਬ ਅੱਗੇ ਆ ਰਿਹਾ। ਕਹਿ ਬੈਸੋ ਕਹਿ ਰਹੀ ਹੈ ਬੈਲੇ, ਕਹਿ ਆਵੇ ਕਹਿ ਜਾਓ। ਘਟ ਘਟ ਬੈਸ ਨਿਰੰਤਰ ਰਹੀ ਹੈ, ਚਾਲੇ ਸਤਿਗੁਰ ਭਾਏ। ਕਹਿੰਦੇ ਮੈਂ ਅੰਦਰ ਹੀ ਰਹਿਣਾ, ਸਰੀਰ ਵਿੱਚ ਘਟ ਇਸੇ ਅੰਦਰ ਹੀ ਰਹਿਣਾ ਮੈਂ। ਤੇ ਘਟ ਘਟ ਦੇ ਵਿੱਚ ਜੋ ਅਕਾਲ ਪੁਰਖ ਮੌਜੂਦ ਹੈ, ਉਸ ਦੇ ਨਾਮ ਨੂੰ ਮੈਂ ਜਪਦਾ ਤੇ ਉਸ ਦੀ ਰਜ਼ਾ ਦੇ ਵਿੱਚ, ਉਸ ਦੇ ਭਾਣੇ ਦੇ ਵਿੱਚ, ਉਸ ਦੇ ਭਾਉ ਦੇ ਵਿੱਚ, ਉਸ ਦੀ ਮਰਜ਼ੀ ਦੇ ਵਿੱਚ ਮੈਂ ਰਹਿ ਰਿਹਾ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਕਹਿੰਦੇ ਮੈਂ ਆਇਆ ਕਿਵੇਂ ਆ? ਸਹਿਜੇ ਆ ਗਿਆ ਬਸ। ਸਹਿਜੇ ਕਿੱਦਾਂ ਆ ਗਿਆ? ਹੁਕਮ ਦੇ ਵਿੱਚ, ਕਰਤੇ ਪੁਰਖ ਦੀ ਮਰਜ਼ੀ ਦੇ ਵਿੱਚ, ਕਰਤੇ ਪੁਰਖ ਦੇ ਭਾਣੇ ਦੇ ਵਿੱਚ ਤੇ ਆ ਗਿਆ। ਤੇ ਹੁਣ ਵੀ ਮੈਂ ਕਰਤੇ ਪੁਰਖ ਦੇ ਭਾਣੇ ਦੇ ਵਿੱਚ ਆ। ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਆਸਣ ਬੈਸਣ, ਮੈਂ ਆ ਗਿਆ ਅਕਾਲ ਪੁਰਖ ਦੀ ਮਿਲਾਪ ਦੇ ਵਿੱਚ। ਬੈਸਣ ਮੈਂ ਉੱਥੇ ਟਿਕ ਗਿਆ। ਉਸ ਥਿਰ ਨਾਰਾਇਣ ਜੋ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਹੈ, ਇਸ ਤਰ੍ਹਾਂ ਦੀ ਜਿਹੜੀ ਗੁਰੂ ਦੀ ਮੱਤ ਹੈ ਉਹ ਮੈਨੂੰ ਮਿਲੀ ਹੈ। ਇਹੀ ਗੁਰੂ ਤੋਂ ਮੈਨੂੰ ਸਿੱਖਿਆ ਮਿਲੀ ਹੈ। ਗੁਰਮੁਖ ਬੂਝੈ ਆਪ ਪਛਾਣੈ। ਗੁਰਮੁਖ ਸਿਸਟਮ ਅਸੀਂ ਪਿੱਛੇ ਦੱਸ ਆਏ ਹਾਂ। ਇੱਕ ਤੇ ਭਰੋਸਾ, ਇੱਕ ਦਾ ਜਾਪ, ਇੱਕ ਤੋਂ ਦੀਖਿਆ, ਇੱਕ ਤੇ ਅਕੀਦਾ, ਇੱਕ ਨੂੰ ਮੰਨਣਾ ਅਕੀਦਾ। ਇਹ ਗੁਰਮੁਖ ਸਿਸਟਮ ਹੈ। ਉਸ ਸਿਸਟਮ ਦੇ ਵਿੱਚ ਆ ਕੇ ਮੈਂ ਆਪਣਾ ਜਿਹੜਾ ਮੂਲ ਪਛਾਣਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੱਚੇ ਸੱਚ ਸਮਾਏ। ਤੇ ਮੈਂ ਹੁਣ ਸਦਾ ਉਸ ਅਕਾਲ ਪੁਰਖ ਦੇ ਨਾਮ ਵਿੱਚ ਸਦਾ ਲਿਵ ਲੀਨ ਹੋਇਆ। ਸਮਾਏ, ਸੱਚੇ ਸੱਚ ਸਮਾਏ। ਮੈਂ ਗੁਰਮੁਖ ਸਿਸਟਮ ਨੂੰ ਕਿਸ ਤਰ੍ਹਾਂ ਸਮਝਿਆ, ਕਿੱਦਾਂ ਮੈਂ ਉਹਦੇ ਵਿੱਚ ਆਇਆ, ਕਿੱਦਾਂ ਮੈਨੂੰ ਆਪਣੇ ਆਪ ਦੇ ਬਾਰੇ ਪਤਾ ਲੱਗਿਆ।
ਕਿੱਦਾਂ ਮੈਂ ਆ ਕੇ ਉੱਥੇ ਹੀ ਟਿਕ ਗਿਆ, ਕਿੱਦਾਂ ਮੈਂ ਉਸ ਦੀ ਰਜ਼ਾ ਦੇ ਵਿੱਚ ਰਹਿ ਰਿਹਾ, ਕਿੱਦਾਂ ਮੈਂ ਉਸ ਦੇ ਹੁਕਮ ਨੂੰ ਦੇਖ ਰਿਹਾ, ਮੰਨ ਰਿਹਾ, ਕਿਸ ਤਰ੍ਹਾਂ ਮੈਂ ਘਟ ਦੇ ਵਿੱਚ ਉਸ ਅਗੰਮੀ ਜੋਤ ਨੂੰ ਦੇਖ ਰਿਹਾ, ਕਿਸ ਤਰ੍ਹਾਂ ਮੈਂ ਉਹਦੇ ਭਾਣੇ ਵਿੱਚ ਚੱਲ ਰਿਹਾ। ਕਿਆ ਭਵੀ ਹੈ ਸੱਚ ਸੁੱਚਾ ਹੋਏ, ਕਹਿੰਦੇ ਮੈਂ ਇੱਧਰ ਉੱਧਰ ਨਹੀਂ ਜਾਂਦਾ ਕਿਤੇ, ਮੈਂ ਨਹੀਂ ਭੌਂਦਾ ਫਿਰਦਾ, ਮੈਂ ਤੇ ਉਸ ਅਕਾਲ ਪੁਰਖ ਦੇ ਨਾਮ ਦੇ ਜ਼ਰੀਏ ਸੁੱਚਾ ਹੋਏ, ਆਪਣੇ ਆਪ ਨੂੰ ਪਵਿੱਤਰ ਕੀਤਾ, ਕਾਇਮ ਕੀਤਾ। ਭਾਵ ਇਹ ਤੋਂ ਭਾਵ ਕੀ ਹੈ? ਮੈਨੂੰ ਮਨੁੱਖਾ ਜਨਮ ਮਿਲਿਆ ਤੇ ਮੈਂ ਆਪਣੇ ਆਪ ਨੂੰ ਅਕਾਲ ਪੁਰਖ ਦੇ ਵਿੱਚ ਲੀਨ ਕੀਤਾ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੋਰ ਕੰਮ ਨਹੀਂ ਕੰਮ ਆਉਣੇ। ਕੀ ਕਰਨਾ? ਸਾਧ ਸੰਗਤ ਤੇ ਭਜ ਕੇਵਲ ਨਾਮ। ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ। ਇੱਕ ਤੇ ਅਕੀਦਾ, ਇੱਕ ਨੂੰ ਮੰਨਣਾ, ਇੱਕ ਤੇ ਭਰੋਸਾ, ਇੱਕ ਦੁਆਰਾ ਦੀਖਿਅਤ। ਇਸ ਭਰੋਸੇ ਦੇ ਵਿੱਚ, ਇਸ ਸਿਸਟਮ ਦੇ ਵਿੱਚ ਆਓਗੇ ਤੇ ਆ ਜਿਹੜੀ ਅਵਸਥਾ ਦੀ ਅਸੀਂ ਗੱਲ ਕਰਦੇ ਹਾਂ, ਬਾਬੇ ਨਾਨਕ ਦੇ ਗਿਆਨ ਦੀ ਅਸੀਂ ਗੱਲ ਕਰਦੇ ਹਾਂ, ਰਾਸਤੇ ਦੀ ਗੱਲ ਕਰਦੇ ਹਾਂ, ਉਹਦੇ ਅਸੀਂ ਪੰਧ ਹੀ ਬਣ ਜਾਾਂਗੇ। ਜੇਕਰ ਬਾਕੀ ਜੋ ਚੱਲ ਰਿਹਾ ਉਹਦੇ ਪਿੱਛੇ ਆਪਾਂ ਲੱਗਾਂਗੇ ਤੇ ਇਹ ਰਸਤੇ ਦਾ ਸਾਨੂੰ ਜਿਹੜਾ ਆਨੰਦ ਹੈ, ਇਹਦਾ ਜਿਹੜਾ ਅਸਰ ਹੈ, ਇੱਥੇ ਜਿਹੜਾ ਤੁਰਨਾ ਹੈ, ਪ੍ਰਕਾਸ਼ ਦੀਆਂ ਗੱਲਾਂ, ਸਹਿਜ ਦੀਆਂ ਗੱਲਾਂ, ਇਹਨਾਂ ਬਾਰੇ ਸਾਨੂੰ ਨਹੀਂ ਪਤਾ ਲੱਗੇਗਾ, ਕਿਉਂਕਿ ਅਸੀਂ ਉਹ ਰਸਤਾ ਹੀ ਨਹੀਂ ਇਖਤਿਆਰ ਕੀਤਾ। ਪਹਿਲਾਂ ਗੱਲ ਹੋਈ ਕੀ ਹੈ, ਹੋਇਆ ਕੀ ਹੈ? ਹੋਇਆ ਇਹ ਹੈ ਕਿ ਅਸੀਂ ਸਿੱਖ ਹਿਸਟਰੀ ਨੂੰ ਸਿੱਖ ਰਿਲੀਜਨ ਦੇ ਵਿੱਚ ਅਸੀਂ ਗੜੂੰਦ ਕਰਤਾ, ਮਿਲਾ ਦਿੱਤਾ। ਸਿੱਖ ਹਿਸਟਰੀ ਇੱਕ ਵੱਖਰਾ ਸਬਜੈਕਟ ਹੈ, ਇਹ ਸਾਡਾ ਸਬਜੈਕਟ ਹੈ ਬਾਬਾ ਨਾਨਕ ਕਿੱਥੇ ਗਿਆ, ਉਹ ਕਦੋਂ ਆਇਆ, ਕਦੋਂ ਜੋਤੀ ਜੋਤ ਸਮਾਏ, ਉੱਥੇ ਗੁਰਦੁਆਰੇ ਅਸਥਾਨ ਬਣੇ ਨੇ। ਹਾਂ, ਸਾਡੀ ਪਹਿਚਾਣ ਬਣੀ ਹੈ, ਅਸੀਂ ਉਹਨਾਂ ਨੂੰ ਰਿਜੈਕਟ ਨਹੀਂ ਕਰਦੇ, ਉਹ ਇੱਕ ਹਿਸਟਰੀ ਹੈ, ਸਾਨੂੰ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ। ਬਟ ਉਹਨੂੰ ਹਿਸਟਰੀ ਤੱਕ ਹੀ ਰੱਖੋ, ਉਹਨੂੰ ਰਿਲੀਜਨ ਦੇ ਵਿੱਚ ਨਾ ਉਹਨੂੰ ਲੈ ਕੇ ਆਓ। ਸਭ ਤੋਂ ਲੇਟੈਸਟ, ਗ੍ਰੇਟੈਸਟ ਗਿਆਨ ਸਾਡਾ, ਧਰਮ ਸਾਡਾ, ਔਰ ਅਸੀਂ ਇਹੀ ਨਹੀਂ ਸਾਨੂੰ ਪਤਾ ਵੀ ਬਾਬਾ ਨਾਨਕ ਦਾ ਜਨਮ ਕਦੋਂ ਹੋਇਆ, ਇਹ ਹੀ ਨਹੀਂ ਪਤਾ, ਉੱਥੇ ਹੀ ਭੁਲੇਖੇ ਨੇ। ਭੁਲੇਖੇ ਨੇ। ਇਹ ਕਿੰਨੇ ਪਾਏ, ਕਿੱਦਾਂ ਪਾਏ, ਸਾਨੂੰ ਸਾਰਿਆਂ ਨੂੰ ਪਤਾ। ਔਰ ਇਹ ਕਿੱਦਾਂ ਪਏ, ਸਾਨੂੰ ਇਹ ਵੀ ਪਤਾ, ਇਹ ਸਾਡੀ ਆਪਣੀ ਕਮਜ਼ੋਰੀ ਹੈ। ਸਿੱਖ ਹਿਸਟਰੀ ਦੇ ਵਿੱਚ 95% ਥਾਵਾਂ ਤੇ ਕਦੇ ਹਵਾਲੇ ਵੀ ਆਪਾਂ ਕੱਢਾਂਗੇ, ਮੈਂ ਥੋੜਾ ਜਿਹਾ ਹਿਸਟੋਰੀਕਲ ਡਿਸਕਸ ਕਰਨ ਲੱਗਾ, 95 ਤੋਂ ਵੱਧ ਪਰਸੈਂਟੇਜ ਹੈ ਜਿੱਥੇ ਲਿਖਿਆ ਹੈ ਬਾਬੇ ਨਾਨਕ ਦਾ ਜਨਮ 1 ਵਿਸਾਖ ਨੂੰ ਹੋਇਆ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਇਹ ਆਪਣੀ ਜਿਹੜੀ ਅੱਗੇ ਗੁਰਗੱਦੀ ਹੈ ਜਾਂ ਇਹ ਸਿਸਟਮ ਪੰਚ ਪ੍ਰਧਾਨੀ ਸਿਸਟਮ ਬਣਾਇਆ, ਇਹ ਉਸ ਦਿਨ ਨੂੰ ਚੁਣ ਕੇ ਉਹਨਾਂ ਨੇ ਇਹ ਸਿਸਟਮ ਬਣਾਇਆ, ਉਹ ਦਿਨ ਚੁਣਿਆ ਸੀ। ਹੋਰ ਵਿਸਾਖ ਤੇ ਮਹੀਨਾ ਹੈ, ਵਿਸਾਖ ਦਾ ਪਹਿਲਾ ਦਿਨ ਹੈ, ਉਹਦਾ ਕੋਈ ਰਿਲੀਜੀਅਸ ਉਸ ਦਿਨ ਦਾ ਕੋਈ ਖਾਸ ਮਹੱਤਵ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਦਿਨ ਤਾਂ ਚੁਣਿਆ ਸੀ ਕਿਉਂਕਿ ਉਦਣ ਬਾਬਾ ਨਾਨਕ ਐਸ ਜਗਤ ਵਿੱਚ ਆਏ ਸੀ। ਪਰ ਅਸੀਂ ਅਵੇਸਲੇ ਹਾਂ, ਅਸੀਂ ਕਦੇ ਇਹ ਨਹੀਂ ਸੋਚਿਆ। ਪੰਜਾਬੀ ਯੂਨੀਵਰਸਿਟੀ ਸਾਰੀ ਜਿਹੜੀ ਹੈ ਹਿਸਟਰੀ ਨਾਲ ਭਰੀ ਪਈ ਹੈ, ਹਿਸਟਰੀ ਦੀਆਂ ਕਿਤਾਬਾਂ ਨਾਲ ਭਰੀ ਪਈ ਹੈ।
ਗੁਰੂ ਗ੍ਰੰਥ ਸਾਹਿਬ ਸਟੱਡੀ ਡਿਪਾਰਟਮੈਂਟ ਉੱਥੇ ਆ, ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਖੁੱਲ ਚੁੱਕੀ ਹੈ, ਲੇਕਿਨ ਅਸੀਂ ਕਦੇ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਹਿਸਟਰੀ ਸਾਰੇ ਕਰਦੇ ਹਾਂ, ਲੇਕਿਨ ਉਹਨੂੰ ਵੀ ਅਸੀਂ ਜਾਣਿਆ ਨਹੀਂ ਵੀ ਉਹਦੇ 'ਚ ਲਿਖਿਆ ਕੀ ਹੈ। ਪਰ ਸਾਡਾ ਉਹ ਇੱਥੇ ਇਸ ਮੀਟਿੰਗ ਦਾ ਮਕਸਦ ਨਹੀਂ ਹੈ, ਗੱਲਾਂ ਵਿੱਚ ਆ ਜਾਂਦੀਆਂ ਨੇ, ਮਨ 'ਚ ਆਉਂਦੀਆਂ ਨੇ, ਉਹਨਾਂ ਨੂੰ ਵਿਚਾਰਨ ਦਾ ਸਬੱਬ ਬਣ ਜਾਂਦਾ ਹੈ, ਮੌਕਾ ਬਣ ਜਾਂਦਾ ਵੀ ਚਲੋ, ਇਹ ਰੋਂਦੀ ਦੇ ਕੰਨ ਵਿੰਨ੍ਹ ਦਿਓ, ਜਿੱਦਾਂ ਆਪਾਂ ਕਹਿੰਦੇ ਹਾਂ, ਕਿ ਨਾਲ ਆਹ ਵੀ ਗੱਲ ਕਹਿ ਦਿਓ ਇੱਕ ਜਾਣਕਾਰੀ ਵਾਸਤੇ। ਪਰ ਸਾਡਾ ਜਿਹੜਾ ਮਕਸਦ ਹੈ ਇੱਥੇ ਗੁਰੂ ਬਾਬੇ ਨਾਨਕ ਦੇ ਗਿਆਨ ਨਾਲ ਸਾਂਝ ਪਾਉਣੀ ਹੈ, ਔਰ ਉਹਨੂੰ ਦੇਖਣਾ ਕਿ ਬਾਬਾ ਨਾਨਕ ਸਾਨੂੰ ਕਿੱਥੇ ਤੱਕ ਲਿਜਾ ਰਿਹਾ, ਕਿਸ ਤਰ੍ਹਾਂ ਉਹ ਅਰਦਾਸ ਕਰਦੇ ਆ, ਕਿਸ ਤਰ੍ਹਾਂ ਉਹ ਦੱਸਦੇ ਆ ਕਿ ਮੇਰਾ ਰਾਹ ਕੀ ਹੈ, ਕਿਸ ਤਰ੍ਹਾਂ ਉਹ ਦੱਸਦੇ ਆ ਮੇਰਾ ਧਰਮ ਕੀ ਹੈ, ਕਿਸ ਤਰ੍ਹਾਂ ਉਹ ਦੱਸਦੇ ਆ ਮੈਂ ਕਿਵੇਂ ਆਪਣੇ ਧਰਮ ਨੂੰ ਫੋਲੋ ਕਰਦਾ। ਕਵਨ ਤੁਮੇ ਕਿਆ ਨਾਮ ਤੁਮਾਰਾ, ਕੌਣ ਮਾਰਗ ਕੌਣ ਸੁਭਾਉ, ਹੁਣ ਸਮਝ ਆਏਗਾ ਸਾਰਾ। ਤੁਸੀਂ ਕੌਣ ਹੋ, ਤੁਹਾਡਾ ਕੀ ਨਾਮ ਹੈ, ਤੁਹਾਡਾ ਮਤ ਕੀ ਹੈ, ਤੁਹਾਡਾ ਮਨੋਰਥ ਕੀ ਹੈ। ਕਹਿੰਦੇ ਸਾਚ ਕਹੂੰ, ਮੇਰਾ ਮਨੋਰਥ ਇਹੀ ਹੈ, ਮੇਰਾ ਮਾਰਗ ਇਹੀ ਹੈ ਕਿ ਮੈਂ ਅਕਾਲ ਪੁਰਖ ਦਾ ਨਾਮ ਜਪ ਰਿਹਾ। ਜੇ ਮੈਂ ਨਾਮ ਜਪ ਰਿਹਾ ਤੇ ਮੇਰੀ ਅਰਦਾਸ ਆਪੇ ਹੋਈ ਜਾ ਰਹੀ ਹੈ। ਤੇ ਕਹਿੰਦੇ ਹਾਂ, ਮੈਂ ਜਿਹੜੇ ਸੰਤ ਜਨ ਨੇ ਜੋ ਇਸ ਮਾਰਗ ਤੇ ਚੱਲ ਕੇ ਅਕਾਲ ਪੁਰਖ ਦੀ ਪ੍ਰਾਪਤੀ ਕਰ ਚੁੱਕੇ ਆ, ਮੈਂ ਉਹਨਾਂ ਨੂੰ ਵੀ ਫਾਲੋ ਕਰਦਾ। ਸੰਤ ਜਨਾਂ ਬਲ ਜਾਉ, ਬਲ ਜਾਣ ਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਮੈਂ ਕਾਪੀ ਕਰਦਾ, ਫਾਲੋ ਕਰਦਾ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਵੋ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਘਟ ਘਟ ਬੈਸ ਨਿਰੰਤਰ ਰਹੀਐ, ਚਾਲੇ ਸਤਿਗੁਰ ਭਾਏ। ਜਿਹੜਾ ਉਹ ਸਰਬ ਵਿਆਪੀ ਅਕਾਲ ਪੁਰਖ ਹੈ, ਮੈਂ ਉਹਦੇ ਨਾਮ ਦੇ ਵਿੱਚ ਨਿਰੰਤਰ ਲਿਵਲੀਨ ਹੋਇਆ ਪਿਆ, ਸਤਿਗੁਰ ਦੀ ਰਜ਼ਾ ਦੇ ਵਿੱਚ ਚੱਲ ਰਿਹਾ। ਸਹਿਜੇ ਆਏ ਹੁਕਮ ਸੁਧਾਏ, ਨਾਨਕ ਸਦਾ ਰਜਾਏ। ਮੈਂ ਹੁਕਮ 'ਚ ਹੀ ਆਇਆ, ਹੁਕਮ 'ਚ ਹੀ ਵਿਚਰ ਰਿਹਾ ਤੇ ਉਹਦੀ ਰਜ਼ਾ ਦੇ ਵਿੱਚ ਹੀ ਰਹਿ ਰਿਹਾ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ, ਗੁਰਮੁਖੇ ਬੁੱਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ, ਕਿਉਂਕਿ ਉਹ ਗੁਰਮੁਖ ਸਿਸਟਮ ਦੇ ਵਿੱਚ ਆ ਗਿਆ, ਬਾਣੀ ਨਾਲ ਉਹਦਾ ਪ੍ਰੇਮ ਪੈ ਗਿਆ, ਬਾਣੀ ਦਾ ਅਮਲ ਉਹਦਾ ਜਿਹੜਾ ਜੀਵਨ ਬਣ ਗਿਆ। ਸੱਚੇ ਸੱਚ ਸਮਾਏ। ਤੇ ਜੇ ਇਦਾਂ ਹੀ ਰਿਹਾ ਤੇ ਉਹ ਵਿੱਚ ਹੀ ਸਮਾ ਜਾਏਗਾ। ਪਤਾ ਲੱਗ ਜਾਏਗਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਮੂਲ ਨੂੰ ਪਛਾਣ ਜਾਏਗਾ। ਇਹ ਅੱਜ ਦੀ ਜਿਹੜੀ ਵਿਚਾਰ ਹੈ, ਇਹਨਾਂ ਤਿੰਨਾਂ ਸਟੈਂਜ਼ਿਆਂ ਤੱਕ ਰੱਖਾਂਗੇ। ਇਹ ਆਪ ਵੀ, ਇਹ ਨਹੀਂ ਹੈ ਵੀ ਆਪਾਂ ਗੱਲ ਕਰ ਲਈ ਇੱਥੇ ਤੇ ਖਤਮ ਨਾ, ਇਹਨੂੰ ਤੁਸੀਂ ਆਪ ਵੀ ਵਿਚਾਰੋ ਇਹਨੂੰ। ਹੋ ਸਕਦਾ ਕੋਈ ਤੁਹਾਨੂੰ ਆਪ ਨਵੀਂ ਗੱਲ ਪਤਾ ਲੱਗੇ ਬਾਣੀ ਪੜ੍ਹ ਕੇ, ਸਮਝ ਕੇ। ਸੋ ਆਪ ਵੀ ਬਾਣੀ ਵਿਚਾਰਨੀ ਹੈ। ਸਾਡੀ ਇਹੀ ਤਰਾਸਦੀ ਰਹੀ ਹੈ ਕਿ ਸਾਨੂੰ ਗੁਰਦੁਆਰਿਆਂ 'ਚ ਕੋਈ ਵੀ ਆ ਗਿਆ, ਕਥਾਵਾਚਕ ਜਾਂ ਰਾਗੀ, ਜੋ ਸਾਨੂੰ ਕਹਿ ਗਏ ਅਸੀਂ ਉਦਾਂ ਹੀ ਆਪਣਾ ਚਲਾ ਲਿਆ ਕੰਮ, ਅਸੀਂ ਪੜ੍ਹਿਆ ਹੀ ਨਹੀਂ ਆਪ ਨੂੰ, ਆਪ ਕੱਖ ਹੀ ਨਹੀਂ ਕੀਤਾ ਅਸੀਂ। ਮਹੱਲੇ ਪਹਿਲੇ ਦੀ ਬਾਣੀ ਹੈ, ਅਰਦਾਸ ਦਾ ਜ਼ਿਕਰ ਇੱਥੇ ਆ ਰਿਹਾ। ਇੱਥੇ ਕੀ ਅਰਦਾਸ ਕਰਦਾ ਬਾਬਾ? ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ, ਇਹ ਅਰਦਾਸ ਕਰੂਗਾ। ਕਲੈਰਿਟੀ ਲੈਣੀ ਹੈ, ਉਹਦੇ ਵੱਲ ਵੀ ਆਵਾਂਗੇ। ਕਲੈਰਿਟੀ ਲੈਣੀ ਹੈ ਅਸੀਂ। ਆਪਾਂ ਇੱਥੇ 3 ਸਟੈਂਜ਼ਿਆਂ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ।